ਇਕਾਗਰ ਕਰਕੇ ਲਾਓ ਹਾਜ਼ਰੀ। ਦੋਵੇਂ ਹੱਥ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਵੱਡੇ ਭਾਗ ਇਹ ਮਾਨਸ ਜਨਮ ਪ੍ਰਾਪਤ ਹੋਇਆ। ਇਸ ਮਾਨਸ ਜਨਮ ਦੇ ਭਾਗ ਹੋਰ ਵੀ ਭਾਗਸ਼ਾਲੀ ਹੋ ਗਏ ਕਿ ਇਸ ਜਨਮ ਵਿੱਚ ਸਾਨੂੰ ਸਾਰਿਆਂ ਨੂੰ ਪੂਰਾ ਸਤਿਗੁਰੂ ਪ੍ਰਾਪਤ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਿੱਖੀ ਬਖਸ਼ੀ ਹੈ, ਕਿਉਂਕਿ ਸਿੱਖੀ ਉੱਤੇ ਕੋਈ ਵੀ ਬੰਦਾ ਦਾਅਵਾ ਨਹੀਂ ਕਰ ਸਕਦਾ। ਦਾਅਵਾ ਉਸ ਚੀਜ਼ ਦਾ ਹੁੰਦਾ ਹੈ ਜਿਹੜੀ ਮੁੱਲ ਖਰੀਦੀ ਹੋਵੇ। ਜਿਹੜੀਆਂ ਜ਼ਮੀਨਾਂ ਲੋਕ ਮੁੱਲ ਖਰੀਦਦੇ ਨੇ, ਘਰ ਜਾਂ ਕੋਈ ਵਸਤੂ ਪਦਾਰਥ ਮੁੱਲ ਖਰੀਦਿਆ ਜਾਵੇ, ਉਹਦੇ ਉੱਤੇ ਅਦਾਲਤ ਵਿੱਚ ਕੋਰਟ ਵਿੱਚ ਦਾਅਵਾ ਕੀਤਾ ਜਾ ਸਕਦਾ ਹੈ ਕਿ ਮੇਰੀ ਆ। ਜਿਹੜੀ ਚੀਜ਼ ਦਾਨ ਵਿੱਚ ਮਿਲੀ ਹੋਵੇ ਉੱਤੇ ਕੋਈ ਦਾਅਵਾ ਨਹੀਂ ਕਰ ਸਕਦਾ। ਸਿੱਖੀ ਸਿੱਖਾਂ ਨੂੰ ਦਾਨ ਵਿੱਚ ਮਿਲੀ ਹੈ, ਤਾਈਓ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮੰਗੀਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕਿਉਂਕਿ ਇਹ ਦਾਨ ਹੈ। ਇਹ ਸਿੱਖੀ ਕਿਸੇ ਦੇ ਪਿਓ ਦੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਹੁਣ ਤੇ ਉਹਨਾਂ ਕੁੱਲਾਂ ਵਿੱਚ, ਉਹਨਾਂ ਘਰਾਣਿਆਂ ਵਿੱਚ ਸਿੱਖੀ ਬਖਸ਼ ਦਿੰਦੇ ਨੇ ਜਿੱਥੇ ਸਿੱਖੀ ਦਾ ਕੋਈ ਨਾਮ ਨਹੀਂ ਸੀ। ਤੇ ਮਾਫ ਕਰਿਓ, ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁੱਖ ਫੇਰ ਲੈਣ ਤੇ ਕਈ ਪੀੜ੍ਹੀਆਂ ਤੋਂ ਚੱਲਦੇ ਪਰਿਵਾਰਾਂ ਵਿੱਚੋਂ ਸਿੱਖੀ ਵਾਪਸ ਲੈ ਲੈਂਦੇ ਨੇ। ਇਸ ਲਈ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ। ਭਾਗ ਵੱਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਪ੍ਰਾਪਤ ਹੋਈ ਹੈ। ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ, ਦੁਨੀਆ ਵਿੱਚ ਪੂਰਾ ਗੁਰੂ ਇੱਕੋ ਇੱਕ ਐਸਾ ਗੁਰੂ ਹੈ ਜਿਸ ਗੁਰੂ ਨੇ ਆਪਣੀ ਉਮਤ ਨੂੰ ਇਸ ਧਰਤੀ ਉੱਤੇ ਜਿਸ ਤਰ੍ਹਾਂ ਦਾ ਪਹਿਰਾਵਾ ਗੁਰੂ ਨੇ ਪਹਿਨਿਆ ਉਸੇ ਤਰ੍ਹਾਂ ਦਾ ਸਿੱਖਾਂ ਨੂੰ ਪਹਿਨਾਇਆ। ਜਿਸ ਤਰ੍ਹਾਂ ਦੇ ਕਕਾਰ ਆਪ ਪਹਿਨੇ ਉਹ ਸਿੱਖਾਂ ਨੂੰ ਵੀ ਪਹਿਨਾਏ। ਜਿਹੜਾ ਅੰਮ੍ਰਿਤ ਸਿੱਖਾਂ ਨੂੰ ਛਕਾਇਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਵੀ ਅੰਮ੍ਰਿਤ ਛਕਿਆ। ਜਿਹੜੀ ਰਹਿਤ ਸਿੱਖਾਂ ਨੂੰ ਦਿੱਤੀ ਉਹ ਕਲਗੀਧਰ ਪਾਤਸ਼ਾਹ ਨੇ ਖੁਦ ਵੀ ਰੱਖੀ। ਸਿੱਖ ਤੇ ਗੁਰੂ ਵਿੱਚ ਮਹਾਰਾਜ ਨੇ ਭੇਦ ਨਹੀਂ ਰਹਿਣ ਦਿੱਤਾ। ਇਹ ਗੱਲ ਕਹਿਣ ਤੋਂ ਪਹਿਲਾਂ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਹੋਂ ਕਰੂੰ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇਹੋਂ ਸਦ ਸਦ ਸੰਗਾ। ਇਹ ਗੱਲ ਕਹਿਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨਾਲ ਬਾਣਾ ਵੀ ਇੱਕ ਕੀਤਾ, ਬਾਣੀ ਵੀ ਇੱਕ ਕੀਤੀ, ਰਹਿਤ ਵੀ ਇੱਕ ਕੀਤੀ, ਕਕਾਰ ਵੀ ਇੱਕ ਕੀਤੇ। ਔਰ ਜਿਹੜਾ ਕਾਨੂੰਨ ਸਿੱਖਾਂ ਵਾਸਤੇ ਬਣਾਇਆ ਉਹ ਗੁਰੂ ਨੇ ਆਪਣੇ ਉੱਤੇ ਵੀ ਲਾਗੂ ਕੀਤਾ। ਸਾਧ ਸੰਗਤ, ਦੁਨੀਆ ਵਿੱਚ ਬਹੁਤ ਗੁਰੂ ਮਿਲਣਗੇ, ਉਹਨਾਂ ਦਾ ਚਿਹਰਾ ਮੋਹਰਾ ਹੋਰ ਹੈ, ਚੇਲਿਆਂ ਦਾ ਹੋਰ ਹੈ। ਗੁਰੂ ਦੀ ਰਹਿਤ ਹੋਰ ਹੈ, ਚੇਲਿਆਂ ਦੀ ਰਹਿਤ ਹੋਰ ਹੈ। ਗੁਰੂ ਦੇ ਪਹਿਨਣ ਦਾ ਪਹਿਰਾਵਾ ਕੋਈ ਹੋਰ ਹੈ, ਚੇਲਿਆਂ ਦਾ ਹੋਰ ਹੈ। ਗੁਰੂ ਦੇ ਰਹਿਣ ਦਾ ਠਾਠ ਵਾਠ ਕੋਈ ਹੋਰ ਹੈ, ਚੇਲਿਆਂ ਦਾ ਹੋਰ ਹੈ। ਪਰ ਸਿੱਖੋ, ਤੁਸੀਂ ਭਾਗਾਂ ਵਾਲੇ ਹੋ ਜਿਸ ਗੁਰੂ ਨੇ ਜਿਸ ਤਰ੍ਹਾਂ ਦਾ ਬਾਣਾ ਕਕਾਰ ਰਹਿਤ ਖੁਦ ਰੱਖੀ ਉਹ ਸਿੱਖਾਂ ਨੂੰ ਬਖਸ਼ੀ। ਜੋ ਸਿੱਖਾਂ ਨੂੰ ਦਿੱਤਾ ਉਹ ਮਹਾਰਾਜ ਜੀ ਨੇ ਖੁਦ ਵੀ ਧਾਰਨ ਕੀਤਾ। ਇੱਕ ਥੋੜੀ ਜਿਹੀ ਐਗਜ਼ਾਮਪਲ ਇਤਿਹਾਸ ਵਿੱਚੋਂ ਸਮਝਿਓ। ਦੁਨੀਆ ਵਿੱਚ ਏਦਾਂ ਦਾ ਗੁਰੂ ਕਿਸੇ ਨੂੰ ਨਹੀਂ ਮਿਲ ਸਕਦਾ। ਤੁਸੀਂ ਭਾਗਾਂ ਵਾਲੇ ਹੋ ਜੋ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਦਰ ਕਰਕੇ ਸਾਨੂੰ ਸਿੱਖੀ ਦਿੱਤੀ। ਮਾਲਵੇ ਦੀ ਧਰਤੀ ਤੇ ਇਤਿਹਾਸ ਉਹ ਲਿਖਿਆ ਹੋਇਆ ਹੈ। ਕਲਗੀਧਰ ਪਾਤਸ਼ਾਹ ਨੇ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸਿੱਖਾਂ ਨੂੰ ਰਹਿਤ ਦਿੱਤੀ। ਮੇਰਾ ਖਾਲਸਾ ਐਸ ਰਹਿਤ ਵਿੱਚ ਪਵੰਦ ਰਵੇ। ਮਹਾਰਾਜ ਨੇ ਲਿਖਤੀ ਰੂਪ ਵਿੱਚ ਕਿਹਾ, ਭਾਈ ਦੇਸਾ ਸਿੰਘ ਜੀ ਲਿਖੋ। ਲਿਖਣਾ ਕਿਉਂ ਸੀ? ਕਿਉਂਕਿ ਜਿਹੜੀ ਚੀਜ਼ ਲਿਖਤ ਹੋਵੇ ਉਹ ਸਦੀਆਂ ਤੱਕ ਪੱਕੀ ਰਹਿੰਦੀ ਹੈ। ਮਹਾਰਾਜ ਨੇ ਕਿਹਾ, ਦੇਸਾ ਸਿੰਘ ਜੀ ਲਿਖੋ, ਖਾਲਸੇ ਤੇ ਮੇਰੇ ਵਿੱਚ ਭੇਦ ਨਹੀਂ। ਜੋ ਕੋਈ ਮੇਰਾ ਦਰਸ਼ਨ ਕਰਨਾ ਚਾਹੇ ਉਹ ਤਿਆਰ ਪਰ ਤਿਆਰ ਖਾਲਸੇ ਦੇ ਦਰਸ਼ਨ ਕਰਕੇ ਫਤਿਹ ਦੀ ਸਾਂਝ ਕਰੇ, ਉਹਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ। ਪਰ ਨਾਲ ਮਹਾਰਾਜ ਨੇ ਕਿਹਾ, ਹੁਣ ਆ ਵੀ ਲਿਖ ਲਓ, ਕੱਲਾ ਬਾਣੇ ਦਾ ਧਾਰਨ ਕਰਨਾ ਉਹ ਮੇਰਾ ਸਿੱਖ ਨਹੀਂ। ਮੈਨੂੰ ਸਿੱਖ ਦੇ ਨਾਲੋਂ ਸਿੱਖ ਨੂੰ ਦਿੱਤੀ ਹੋਈ ਰਹਿਤ ਪਿਆਰੀ ਹੈ। ਕਲਗੀਧਰ ਪਾਤਸ਼ਾਹ ਨੇ ਕਿਹਾ, ਭਾਈ ਦੇਸਾ ਸਿੰਘ ਜੀ ਆ ਵੀ ਲਿਖ ਲਓ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ। ਜਿਤਨੀ ਦੇਰ ਖਾਲਸਾ ਨਿਆਰਾ ਰਹੇਗਾ
मेरी सारी ताकत उस खालसे दे नाल रहेगी। नाल ये भी लिख लियो, जब गह विपरन की रीत मैं ना करूं इनकी प्रतीत। कली महाराज ने पाठ सानू नहीं वो पढ़ाया, कली रहत महाराज ने सिखा नू नहीं दिती। उस रहत उत्ते महाराज खुद भी पाबंद रहे। मालवे की धरती ते महाराज ने वृतांत वरताया, चलदियां चलदियां कबीर बाबे की समाध वल तीर नाल सजदा कीता। उत्थे इतिहास लिखिया होया है, गुरप्रताप सूरज ग्रंथ विच साखी आई। सिखां इकट्ठे होकर आपस में सलाह की, जिहड़ी गल गुरु ने सानू कही है कि खालसा मेरा वो है जो खालसा गोर मड़ी मठ भूल ना माने, तीर्थ दान तया तप संजम, एक बिना ने एक पछाने। सानू गुरु कहंदा खालसा गोर मड़ी मठ भूल ना माने, फिर आप सजदा गुरु ने क्यों कीता? गुरु ते सिखां दी रहत इक है, तां सिखां विच विचार चली। फिर भाई दया सिंह ने कहा, महाराज जी खालसे आ गल कर रहे ने, महाराज जे किसी कबर वाल सजदा करने वाला सिख तनखाई है, ओहियो अमृत तुसीं भी छकिया, ओहियो रहत सिखां नूं दे के तुसीं खुद रखी है। महाराज हुण ओ रहत तुहाडे ते भी लागू हुंदी है। बलिहार कलगीधर पातशाह तो हजूर ने अपने गल पाई हुई गात्रे 3.5 फुट की किरपान महाराज ने गल विचों ला के भाई दया सिंह दे हवाले करके कहा, दया सिंह जे गुरु गोबिंद सिंह महाराज ने एक खुनामी की है तां खालसा पंथ मैनू तनख्वाह लाए। है कोई इदां दा दुनिया में गुरु जिहड़ा चेलियां दे सामने पेश होके कहे मैनू तनख्वाह लाए? साध संगत कलगीधर पातशाह दे बचन सुन के भाई दया सिंह दे हथ जुड़ गए। पातशाह तुहानू कौन तनख्वाह ला सकदा है? हजूर ने कहा, नहीं दया सिंह जे ये कुछ होया ते तनख्वाह लाओ। 5 सिख लग बह गए, आपस विच मता पकाया। 5 सिखां ने फैसला किया गुरु गोबिंद सिंह महाराज नूं 25 रजतपण कड़ाह प्रसाद की देग की तनख्वाह लाई जाए। हुण तनख्वाह का फैसला तो हो गया, पर सुनाउण दा दिल किहदे विच है? किहड़ा सिख उठ के गुरु नूं तनख्वाह सुनाए? भाई दया सिंह तुसीं सुनाओ। उन्हां कहा, नहीं मेरी जुबान तो गुरु गोबिंद सिंह महाराज नूं तनख्वाह नहीं सुनाई जा सकती। गुरु के सिखो कोई होर 5 विचों उठो। फिर 5 ने फैसला करके कहा, भाई मान सिंह तनख्वाह सुनाउणगे। 5 विचों भाई मान सिंह जी ने तनख्वाह सुनाई। महाराज नाले 5 दी अखां विच अथरू आ गए, नाले कलगीधर पातशाह नूं तनख्वाह सुना के कहा, महाराज खालसा पंथ तुहानूं 25 रजतपण कड़ाह प्रसाद की देग की तनख्वाह लाउंदा है। गुरु गोबिंद सिंह महाराज जी ने सिर झुका के प्रवान की। पहला 25 रजतपण कड़ाह प्रसाद की देग खालसे नूं भेंट की, फिर बाद विच खालसा पंथ तो किरपान लैके दोहरा पहनी। साध संगत एक बेनती समझो, गुरु कदे भुल नहीं कर सकता, क्योंकि भुलन अंदर सब को। आ भुल गुरु करतार। मां कदे तोतला नहीं बोलती, पर बच्चे नूं सिखाउण वास्ते मां नूं तोतला बोलना पैंदा है। गुरु कदे भुल नहीं करता, पर कई बार सिखां नूं सिखाउण वास्ते जान बुझ के वो वरतांत वरताउणा पैंदा है। वेखो टीचर ते सब कुछ पढ़िया होया है, ਉਹਨੂੰ ए फॉर एप्पल कहण दी लोड़ नहीं, पर स्टूडेंट नूं पढ़ाउण वास्ते कहंदा है। इसे तरह कलगीधर पातशाह ने सानू रहत विच पक्कियां रहण वास्ते वो सब कुछ खुद वरता के दस्सिया। जदों भाई दया सिंह खलोते वेख रहे सन, तनख्वाह सुनाई भाई मान सिंह जी ने। भाई दया सिंह दी अखां विचों विराग जारो जर कर रहा सी। कलगीधर पातशाह ने घुट के सीने नाल ला के कहा, दया सिंघा तू क्यों रोंदा है? भाई दया सिंह ने कहा, पातशाह अज जो अखां दे सामने सीन आ गया, जिदन चमकौर दी गड़ी विचों तुसीं तुरे सी, महाराज पिछे पिछे तुहाडे मैं तुरिया सी। 10 कदम कोल जाके कहा सी, कलगियां वालिया दुनिया विच गरीब तो गरीब मापे पए ने। किहड़ा मां प्यो है जेदे पुत्तां दीयां लाशां बिना कफना तो रह जाण? पातशाह संस्कार करना भावें औखा है, पर कफन ते पाया जा सकदा है। हे गुरु गोबिंद सिंह महाराज, मैं अपना दमाला खोल के दिन्ने, अपने पुत्तां दीयां लाशां उत्ते कफन पा दिओ। कलगियां वालिया सब कुछ मेरे सामने आ गया। उदन तू अपने पुत्तां दीयां लाशां कोल खलो के कहा सी, नहीं दया सिंघा मैं पुत्तां दीयां लाशां ते कफन नहीं पा सकदा। क्यों? मैनू पुत्तां नालों सिख प्यारे ने। कलगियां वालिया किते सिखां नूं पुत्तां नालों वध प्यार दिन्ने, किते सिखां दे अगे हथ जोड़ के तनख्वाह भी भर दिन्ने। तेरा देन कौन दे सकदा है? कलगीधर पातशाह वो सब कुछ मैनू चेते आ गया। जिदन तू चमकौर दी कच्ची गड़ी वल खलो के मुस्कुरा के एक गल कही सी, ए चमकौर दी गड़ीए सदियां गुजर जाणगियां,
लोग तेरे ते इस दर ते आके नमस्कार करनगे। ए चमकौर दी गढ़ी एक दिन तू कच्ची तो पक्की हो जाना, क्योंकि तेरे विच पक्कियां दे पैर पै गए ने। हुण तू कच्ची नहीं रहेगी, कुल दुनिया ते रहन तक तू पक्की हो जाएगी। पर चमकौर दी गढ़ीए आउण वाली नस्लां नूं दुनिया नूं सच दस नहीं। गुरु गोबिंद सिंह अपने पुत्तां दीयां लाशां कोलों लंघिआ, ओहदे मत्थे उत्ते त्योड़ी नहीं सी। आउण वालियां नस्लां नूं सच दसी। गुरु गोबिंद सिंह अपने पुत्तां दीयां लाशां कोलों गुजरिआ, ओहदियां अखां विच पानी नहीं सी। गुरु गोबिंद सिंह महाराज अपने पुत्तां दीयां लाशां कोलों लंघिआ, ਉਹਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪਾਇਆ। ਕਿਉਂ? ਉਹਨੂੰ ਪੁੱਤਾਂ ਨਾਲੋਂ ਜ਼ਿਆਦਾ ਸਿੱਖ ਪਿਆਰੇ ਨੇ। ਸਾਧ ਸੰਗਤ, ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਵਾਰਤਕ ਕਹੀ ਸੀ, ਇੱਕ ਪਿਆਰ ਭਿੱਜੇ ਵਿਦਵਾਨ ਨੇ ਲਿਖਿਆ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਖਲੋ ਕੇ ਬਚਨ ਕਹੇ। ਭਾਈ ਦਇਆ ਸਿੰਘ ਕਹਿੰਦੇ ਨੇ, ਪਾਤਸ਼ਾਹ ਮੈਨੂੰ ਉਹ ਯਾਦ ਹੈ ਜਿੱਦਣ ਤੂੰ ਚਮਕੌਰ ਦੀ ਗੜੀ ਵੱਲ ਹੱਸ ਕੇ ਕਿਹਾ ਸੀ, ਗੜੀਏ ਵੇਖ ਲੈ ਹੱਸਦਾ ਜਾ ਰਿਹਾ। ਇਹ ਚਮਕੌਰ ਦੀ ਗੜੀਏ ਗੌਰ ਨਾਲ ਵੇਖ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੱਥੇ ਤੇ ਤਿਉੜੀ ਨਹੀਂ। ਗੌਰ ਨਾਲ ਵੇਖ, ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਨਹੀਂ। ਗੜੀਏ ਵੇਖ ਲੈ ਹੱਸਦਾ ਜਾ ਰਿਹਾ, ਕਹਿ ਦਈ ਸਮੇਂ ਨੂੰ ਮੱਥੇ ਨੀ ਬੱਟ ਮੇਰੇ, ਰੋਕ ਸਕੇ ਨਾ ਮੇਰੀ ਮੁਸਕਾਨ ਤਾਈ। ਲੱਗੇ ਜਿਗਰ ਦੇ ਵਿੱਚ ਜੋ ਫਟ ਮੇਰੇ, ਤੇਰੀ ਹਿੱਕ ਤੇ ਅਜੀਤ ਜੁਝਾਰ ਸੌਂ ਗਏ। ਪੁੱਤਰ ਸੋਲ ਜੋ ਰੇਸ਼ਮੀ ਪਟ ਮੇਰੇ, ਕਫਨ ਪਾਇਆ ਨੀ ਨਾ ਤੇ ਇਸ ਕਰਕੇ, क्योंकि सिंह नीना तो घट मेरे। कलगीधर पातशाह दा कौन दे सकता है? जदों महाराज ने अरदास सिखां नूं संपूर्ण करके कहा, दूजे पहरे विच कहा मेरे 4 साहिबजादियां दा नाम बाद विच लियो, पहला मेरे पुत्तां तो प्यारे 5 प्यारियां दा नाम लियो। अरदास पढ़ियो, पहला 5 प्यारियां दा नाम लिया जांदा है। साध संगत, एक गल होर ध्यान विच रखियो, गुरु ने अपने पुत्तां तो मोहरे भी अपने 5 प्यारे रखे। दुनिया विच ऐसा कोई गुरु नहीं जिहड़ा इन्ना मान अपने उम्मत नूं, अपने चेलियां नूं, अपने सिखां नूं दे। गुरु ने अपने पुत्तां तो मोहरे भी 5 प्यारे रखे। कमाल दी गल, गुरु ने अपने तो मोहरे भी 5 प्यारे रखे। जदों नगर कीर्तन धन श्री गुरु ग्रंथ साहिब महाराज जी की अगवाई विच अज भी निकलदा है, कदे ध्यान नाल दर्शन करियो। गुरु ग्रंथ साहिब महाराज की सवारी पिछे होएगी, गुरु ग्रंथ साहिब महाराज तो अगे 5 प्यारे होणगे। गुरु ने सदा वास्ते एक गल होर ध्यान नाल सुनियो। कलगीधर पातशाह ने एक गल कही सी, खालसा जी ऐसे धरती ते पहला हुक्म किया, आग्या भई अकाल की तबे चलायो पंथ। सब सिखन को हुक्म है, गुरु मानियो ग्रंथ, गुरु ग्रंथ जी मानियो। प्रगट गुरां की दे, जो प्रभु को मिल बोच है, खोज शब्द में ले। दूजा हुक्म किया खालसा जी, पहला हुक्म है कि गुरु मानियो ग्रंथ, ते दूजा हुक्म यह है मेरी आत्मा ग्रंथ विच है, मेरे शरीर दे दीदार पंथ विच होणगे। कलगीधर पातशाह ने कहा सी, खालसा जी बेशक मेरे पिता गुरु तेग बहादुर साहब की शहादत भुल जाओ, मैनू कोई गम नहीं। मेरे साहिबजादियां नूं बेशक चेते ना करियो, मैनू कोई गम नहीं। मेरी मां गुजरी दी कुर्बानी बेशक भुल जाओ, मैनू कोई गम नहीं। पर खालसा जी एक गल याद रखियो, मेरे पुत्तां तो प्यारे 5 प्यारियां नूं कदे ना भुल्लियो। जेड़ा खालसा 5 प्यारियां नूं भुल जाएगा, ओदा गुरु गोबिंद सिंह महाराज नालों सदा वास्ते रिश्ता टुट जाएगा। तुसीं इतिहास तो वाकफ हो। अज भी जदों धन श्री गुरु ग्रंथ साहिब महाराज जी दे दीवान की किते समाप्ति होएगी, जदों कड़ाह प्रशाद नूं भोग लवा के अरदास हुंदी है, उस तो बाद संगत नूं वरताउण तो पहलां कदे भी 4 साहिबजादियां दा गफा नहीं कढ़िया जांदा, कदे गुरु तेग बहादुर साहब दे नाम दा प्रशाद नहीं कढ़िया जाएगा, कदे गुरु गोबिंद सिंह महाराज दे नाम दा प्रशाद नहीं कढ़िया जाएगा। संगत विच वरताउण तो पहलां एक कलगीधर पातशाह दा हुक्म सी,
ਸਿੱਖੋ ਪਹਿਲਾਂ ਪੰਜ ਪਿਆਰਿਆਂ ਦਾ ਗੱਫਾ ਕੱਢਿਓ। ਜੇ ਪੰਜ ਪਿਆਰਿਆਂ ਨੂੰ ਭੁੱਲ ਜਾਓਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਿਸ਼ਤਾ ਟੁੱਟ ਜਾਏਗਾ। ਇੰਨਾ ਵੱਡਾ ਮਾਣ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ, ਇੱਕ ਬੇਨਤੀ ਮੈਂ ਹੱਥ ਜੋੜ ਕੇ ਕਰਾਂਗਾ, ਸਮਾਂ ਬਹੁਤਾ ਨਹੀਂ ਕਿ ਵਿਸਥਾਰ ਵਿੱਚ ਕਿਹਾ ਜਾਏ। ਸਿੱਖ ਕੌਮ ਕੋਲ ਪਿਛਲੇ 3 ਦਹਾਕਿਆਂ ਤੋਂ ਪੈਸਾ ਵਧਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਸਿੱਖ 1984 ਵਿੱਚ 4-4 ਕਰੋੜ ਦੀ ਜਾਇਦਾਦ ਦੇ ਮਾਲਕ ਉਜੜ ਗਏ, ਅੱਜ ਮੇਰੇ ਕਲਗੀਧਰ ਪਾਤਸ਼ਾਹ ਨੇ ਨਜ਼ਰ ਕੀਤੀ ਹੈ 4-4 ਅਰਬ ਦੀ ਜਾਇਦਾਦ ਉਹਨਾਂ ਦੀ ਦਿੱਲੀ ਤੇ ਬੰਬੇ ਵਿੱਚ ਬਣੀ ਪਈ ਹੈ। ਜਿਨ੍ਹਾਂ ਕੋਲ 4-4 ਕਰੋੜ ਸੀ 4-4 ਅਰਬ ਦੇ ਮਾਲਕ ਬਣ ਗਏ। ਸਿੱਖ ਕੌਮ ਕੋਲ ਪਿਛਲੇ 3 ਦਹਾਕਿਆਂ ਤੋਂ ਪੈਸਾ ਵਧਿਆ ਹੈ। ਸਿੱਖ ਕੌਮ ਕੋਲ ਪਿਛਲੇ 3 ਦਹਾਕਿਆਂ ਤੋਂ ਪ੍ਰਚਾਰਕ ਵਧੇ ਨੇ। ਸਿੱਖ ਕੌਮ ਕੋਲ ਪਿਛਲੇ 3 ਦਹਾਕਿਆਂ ਤੋਂ ਪ੍ਰਚਾਰ ਵਧਿਆ, ਵੱਡੇ ਵੱਡੇ ਥਾਂ ਤੇ ਲਾਈਵ ਤੇ ਨਗਰ ਕੀਰਤਨ ਚੱਲਿਆ। ਪਰ ਇੱਕ ਦੁੱਖ ਦੀ ਗੱਲ ਹੈ ਸਾਧ ਸੰਗਤ, ਸਿੱਖ ਕੌਮ ਵਿੱਚ ਪਿਛਲੇ 3 ਦਹਾਕਿਆਂ ਤੋਂ ਪਿਆਰ ਘਟਿਆ। ਇੱਕ ਚੀਜ਼ ਦਾ ਘਾਟਾ ਪਿਆ, ਸਿੱਖਾਂ ਵਿੱਚ ਵਿਸ਼ਵਾਸ ਤੇ ਆਪਸੀ ਪਿਆਰ ਘਟਿਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਓ, ਪਾਤਸ਼ਾਹ ਖਾਲਸਿਆਂ ਵਿੱਚੋਂ ਪਿਆਰ ਵਾਪਸ ਬਖਸ਼ ਦਿਓ। ਖਾਲਸੇ ਕੋਲ ਪੈਸਾ ਬੇਸ਼ੱਕ ਥੋੜਾ ਹੋਵੇ, ਖਾਲਸੇ ਵਿੱਚ ਪਿਆਰ ਨਾ ਘਟੇ। ਜਿਹੜੀਆਂ ਕੌਮਾਂ ਵਿੱਚ ਪਿਆਰ ਘਟ ਜਾਂਦਾ, ਸਮਾਂ ਪਾ ਕੇ ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਨੇ। ਸਾਧ ਸੰਗਤ, ਖਾਲਸਿਆਂ ਵਿੱਚ ਪਿਆਰ ਘਟਿਆ, ਉਹਦੀ ਇੱਕ ਨਿਸ਼ਾਨੀ ਹੁਣ ਸੁਣ ਲਿਓ। ਤੁਸੀਂ ਕਹੋਗੇ ਜੀ ਸਬੂਤ ਕੀ ਹੈ? ਸੰਗਤਾਂ ਅੱਗੇ ਨਾਲੋਂ ਲੱਖਾਂ ਦੀ ਤਾਦਾਦ ਵਿੱਚ ਵਧੀਆਂ ਨੇ। ਇਸ ਗੱਲ ਦਾ ਕੀ ਸਬੂਤ ਹੈ ਕਿ ਖਾਲਸਿਆਂ ਵਿੱਚ ਪਿਆਰ ਘਟਿਆ? ਇਸ ਗੱਲ ਦਾ ਕੀ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਤੇ ਆਪਸ ਵਿੱਚ ਸਿੱਖਾਂ ਦਾ ਪਿਆਰ ਔਰ ਵਿਸ਼ਵਾਸ ਘਟਿਆ? ਇਹਦੀ ਕੋਈ ਨਿਸ਼ਾਨੀ ਹੈ। ਇਹ ਗੱਲ ਸੁਣ ਕੇ ਕਈਆਂ ਨੂੰ ਥੋੜਾ ਜਿਹਾ ਪਿੰਚ ਹੋਣਾ। ਅੱਗੇ ਖਾਲਸਿਆਂ ਵਿੱਚ ਪਿਆਰ ਸੀ, ਗੁਰੂ ਨਾਲ ਵੀ ਤੇ ਆਪਸ ਵਿੱਚ ਵੀ। ਸਾਧ ਸੰਗਤ, ਗੁਰੂ ਨਾਲ ਪਿਆਰ ਦੀ ਨਿਸ਼ਾਨੀ ਸੀ 7-7 ਦਿਨ ਘਰਾਂ ਵਿੱਚ ਸਹਿਜ ਪਾਠ ਹੁੰਦੇ ਸੀ। 8-8 ਦਿਨ ਦਾ ਜਾਪ ਸਹਿਜ ਪਾਠ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਫਿਰ ਪੰਥ ਨੇ ਪ੍ਰਮਾਣਿਤ ਕੀਤਾ, ਲੋੜ ਪਵੇ ਤੇ 3 ਦਿਨ ਦਾ ਸ਼੍ਰੀ ਅਖੰਡ ਪਾਠ ਸਾਹਿਬ ਪੰਥ ਵਿੱਚ ਪ੍ਰਮਾਣਿਤ ਹੈ। ਸਮਾਂ ਘੱਟ ਹੋਵੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਓ, 3 ਦਿਨ ਬਾਣੀ ਚੱਲੇਗੀ, 2 ਰਾਤਾਂ 3 ਦਿਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਰਹਿਣਗੇ। ਆਪਸ ਵਿੱਚ ਸੇਵਾ ਕਰਿਓ, ਪਿਆਰ ਕਰਿਓ ਤੇ ਪਿਆਰ ਵਧੇਗਾ, ਗੁਰੂ ਨਾਲ ਪਿਆਰ ਵਧੇਗਾ। ਪਰ ਸਿੱਖੋ, ਹੁਣ ਸਿੱਖ ਕੌਮ ਵਿੱਚੋਂ ਦੋਵੇਂ ਪਾਠ ਘਟ ਗਏ। ਮੈਨੂੰ ਮਾਫ ਕਰਿਓ, ਇਹ ਪਿਆਰ ਘਟਿਆ ਨਹੀਂ ਤੇ ਹੋਰ ਕੀ ਹੈ? ਤੁਸੀਂ 1.5 ਘੰਟੇ ਲਈ ਮਹਾਰਾਜ ਜੀ ਦਾ ਸਰੂਪ ਲਿਆਉਂਦੇ ਹੋ, ਸੁਖਮਨੀ ਸਾਹਿਬ ਕਰਾ ਕੇ ਛੇਤੀ ਭੇਜ ਦਿਓ। ਕਿਉਂ? ਇਹ ਪਿਆਰ ਘਟ ਗਿਆ। ਜਿਹਦੇ ਨਾਲ ਪਿਆਰ ਹੋਵੇ ਉਹਨੂੰ ਜਿੱਦ ਕਰਕੇ ਵੀ ਕਹੀਦਾ ਤੈਨੂੰ ਰਾਤ ਜਾਣ ਨਹੀਂ ਦੇਣਾ, ਅੱਜ ਰੱਖਣਾ। ਜਿਹਦੇ ਨਾਲ ਪਿਆਰ ਨਹੀਂ ਉਹਨੂੰ ਡਰਾਇੰਗ ਰੂਮ 'ਚ ਬਿਠਾਉਂਦਿਆਂ ਸਾਰ ਕਹੀਦਾ ਵੇ ਛੇਤੀ ਚਾਹ ਲਿਆਓ, ਇਹਨੂੰ ਤੋਰਨੇ। ਸਿੱਖੋ, ਇਹ ਦਿਲ ਵਿੱਚ ਝਾਤ ਮਾਰਿਓ, ਕਿਤੇ ਨਾ ਕਿਤੇ ਪਿਆਰ ਘਟਿਆ। ਕਿਉਂ? ਉਹਦਾ ਇੱਕ ਰੀਜ਼ਨ ਇਹ ਹੈ, ਪਿਆਰ ਉਹਦੇ ਨਾਲ ਘਟਦਾ ਜਿਹਦੇ ਵਿੱਚ ਕੋਈ ਕਮੀ ਹੋਵੇ, ਜਾਂ ਪਿਆਰ ਉਹਦੇ ਨਾਲ ਘਟਦਾ ਜਿਹੜਾ ਮੂੰਹ ਤੇ ਸੱਚ ਕਹਿਣ ਲੱਗ ਜਾਏ। 2 ਚੀਜ਼ਾਂ ਦਾ ਪਿਆਰ ਘਟਦਾ। ਲੋਕਾਂ ਨੂੰ ਸੱਚ ਬਰਦਾਸ਼ਤ ਨਹੀਂ। ਮੇਰਾ ਗੁਰੂ ਤੇ ਹਰ ਪੱਖ ਤੋਂ ਸੰਪੂਰਨ ਹੈ, ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਫਿਰ ਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਪਿਆਰ ਕਿਉਂ ਘਟਿਆ? ਇਹਦਾ ਇੱਕੋ ਹੀ ਕਾਰਨ ਹੈ, ਸਾਨੂੰ ਸੱਚ ਸੁਣਨਾ ਹੁਣ ਬਰਦਾਸ਼ਤ ਨਹੀਂ ਹੁੰਦਾ। ਜੋ ਕੁਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿੱਖ ਮੰਨਣ ਤੋਂ ਭੱਜ ਰਿਹਾ। ਇੱਕ ਬੇਨਤੀ ਸਮਝਿਓ ਸਾਧ ਸੰਗਤ, ਅਸੀਂ ਡਰਦੇ ਹਾਂ ਗੁਰੂ ਨੂੰ ਛੇਤੀ ਛੇਤੀ ਭੇਜ ਦਈਏ, ਕਿਉਂਕਿ ਬਾਅਦ ਵਿੱਚ ਉਹ ਕੁਝ ਵੀ ਕਰਨਾ ਜੇ ਤੋਂ ਗੁਰੂ ਨੇ ਰੋਕਿਆ। ਅੱਜ ਤੁਸੀਂ ਸ਼ਤਾਬਦੀ ਗੁਰੂ ਦਾ ਇੱਥੇ ਪੁਰਬ ਮਨਾ ਰਹੇ ਹੋ, ਪ੍ਰਣ ਕਰਕੇ ਜਾਇਓ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਦੇ ਹੋ, ਫਿਰ ਪਹਿਲਾਂ ਗੁਰੂ ਦੀ ਵੀ ਮੰਨ ਲਈਏ। ਗੁਰੂ ਦਾ ਮਨ ਸਿੱਖ ਦੀ ਸੇਵਾ ਤੇ ਮੰਨਦਾ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਤਾਂ ਪੁੱਛਿਓ ਬਾਣੀ ਵਿੱਚੋਂ ਮਨ ਕਿਵੇਂ ਮੰਨਦਾ? ਗੁਰੂ ਨੇ ਜਵਾਬ ਦਿੱਤਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ। ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿ ਰਿਹਾ ਉਹ ਸੱਤ ਕਰਕੇ ਮੰਨ ਲਈ, ਜਾਂ ਗੁਰੂ ਦਾ ਤੇਰੀ ਸੇਵਾ ਉੱਤੇ ਮਨ ਵੀ ਮੰਨ ਜਾਣਾ। ਫਿਰ ਗੁਰੂ ਤੇ ਵਿਸ਼ਵਾਸ, 2 ਚੀਜ਼ਾਂ ਇਕੱਠੀਆਂ ਜਨਮ ਲੈਂਦੀਆਂ ਨੇ। ਜਿੱਥੇ ਵਿਸ਼ਵਾਸ ਹੈ ਉੱਥੇ ਪ੍ਰੇਮ ਹੈ, ਜਿੱਥੇ ਪ੍ਰੇਮ ਹੈ ਉੱਥੇ ਵਿਸ਼ਵਾਸ ਹੈ। ਜਿੱਥੇ ਪ੍ਰੇਮ ਨਾ ਰਵੇ ਉੱਥੇ ਵਿਸ਼ਵਾਸ ਵੀ ਨਹੀਂ ਰਹਿੰਦਾ, ਜਿੱਥੇ ਵਿਸ਼ਵਾਸ ਨਾ ਰਵੇ ਉੱਥੇ ਪ੍ਰੇਮ ਜਨਮ ਨਹੀਂ ਲੈਂਦਾ। ਸਾਧ ਸੰਗਤ, ਇੱਕ ਗੁਰੂ ਤੇ ਵਿਸ਼ਵਾਸ ਰੱਖਿਓ। ਕਲਗੀਧਰ ਪਾਤਸ਼ਾਹ ਇਹ ਗੱਲ ਪ੍ਰਤੱਖ ਕਹਿ ਗਏ ਨੇ, ਖਾਲਸਾ ਜੀ ਜਦੋਂ ਮੇਰੇ ਦਰਸ਼ਨਾਂ ਦੀ ਲੋੜ ਪਏ, ਜਿੱਥੇ ਮੈਨੂੰ ਯਾਦ ਕਰੇ, ਜਾਂ ਮੇਰੀ ਸਾਰੀ ਤਾਕਤ ਤੇਰੇ ਨਾਲ ਵਰਤੇਗੀ। ਪਰ ਸ਼ਰਤ ਇੱਕ ਹੈ, ਤੂੰ ਨਿਆਰਾ ਹੋ ਕੇ ਵਿਸ਼ਵਾਸ ਰੱਖੀ। ਜੇ ਤੇਰਾ ਵਿਸ਼ਵਾਸ ਨਾ ਰਿਹਾ, ਨਾ ਮੈਂ ਤੈਨੂੰ ਲੋਕ ਵਿੱਚ ਢੋ ਦੇਣੀ ਹੈ, ਨਾ ਪਰਲੋਕ ਵਿੱਚ।
हजूर ने कहा जाके हृदय विश्वास प्रभ आया, तत् ज्ञान तिस मन प्रगटाया। जिहदे अंदर विश्वास ना रवे ओनू हजूर दी बाणी ने कहा कि अपनी प्रतीत आप ही खोबे, बोर उसका विश्वास ना होवे। एक वाक्य मैं छोटा जिहा तुहाडे समक्ष इतिहास की तरंग रखनी है। 10 अप्रैल सन 1763 ਨੂੰ खालसा पंथ विसाखी उत्ते श्री अमृतसर साहब हरमंदर साहब अकाल तख्त साहब उत्ते इकट्ठा होया। यह पुरब 3 दिन मनाया गया। 3 दिन पुरब मनाउण तो बाद संगतां आपो अपने इलाकिਆਂ ਨੂੰ परत गईयां। मिसलां विच वंडिया होया खालसा आपो अपनी मिसल टिकाणे ते वापस मुड़ गया। अजे 2-3 मिसलां इत्थे रुकियां होईयां सन। सब तो सत्कारयोग मिसल उस वक्त बजुर्ग सत्कारयोग जथेदार बाबा हरी सिंह भंगी दी मिसल अजे श्री अकाल तख्त साहब ते सी। चौथा दिन आया, अमृत वेले खालसे आसा दी वार दा भोग पिया। प्रशाद लेके श्री हरमंदर साहब तो बाहर आ रहे सन ते बिल्कुल दर्शनी ड्योड़ी दे सामने अकाल तख्त साहब दे निशान साहब दे कोल उत्थे एक बजुर्ग बैठा रो रहा है। ओदे रोण दी आवाज सुनी। जथेदार हरी सिंह भंगी ने कहा, देखो सिखो अमृत वेले कौन रोंदा है, इनू पुछो रो क्यों रहा है। एक कसूर दा एक गरीब ब्राह्मण है। कोल जाके खालसिया ने पूछा, बाबा रो क्यों रहे हैं। इन्हें कहा, रोमा ना ते होर की करा, इको एक इकलौती धी सी, चाह ते लाड नाल पाली सी। कल ओदा विआह कीता, रस्ते विच कसूर दा हाकम उस्मान खान डोला खो के लै गया। मैं वास्ता पाया, मैं मुसलमान नहीं, मैं ब्राह्मण है, मैं मुसलमान बन जाना, पर मेरी धी दा डोला वापस कर दिओ। इन्नी गल सुन के भी उस जालम ने मैनू मेरी धी दा डोला वापस नहीं किया, नरादरी करके कढ़ दिता। पतवंतियां विच गल कीती। उन्हां कहा, देख बजुर्गा, जे डोला उस्मान खान ने खोलिया, हुण दुनिया दा कोई ताकतवर बंदा डोला वापस नहीं लिया सकदा। तू भुल जा कि तेरी कोई धी सी। दुनिया ते कह सकदी है जिहने धीआं नूं हत्थीं पालिया होवे, ओह किवें भुल जाए। अपने बच्चे भुलदे ने किते। वह बुजुर्ग रो के कहंदा, दसो मैं किवें भुल जाऊं। उस्मान खान दे अगे किसे दा जोर नहीं, पर मैनू किसे ने दसिया, बजुर्गा जे तू चाहुने तेरी धी बच्ची दा डोला वापस आ जाए, फिर जा श्री अकाल तख्त साहब ते, उत्थे खालसा जुड़िया, खालसे अगे बेनती कर। तो खालसिया ने गल सुनी। उन्हां कहे, बख होके जरा मता करो। बह के जिहड़े इलाके दे रहण वाले उन्हां नूं पुछया। उन्हां कहा, देखो जहदार जी, उस्मान खान नूं जितना खेड़ नहीं पई। वो 12 किलियां दा मालक है, 700 दे कोल घोड़ सवार है, 25,000 पैदल सवार ओदे कोल सिपाही ने। वो हाथियां दी फौज, घोड़ियां दी फौज दा मालक है। उहनूं जितण वास्ते घट्टो घट्ट 8-10 दिन की तैयारी चाहिए है। एक विचों नौजवान उठिया, उन्हें कहा, खालसा जी 7 दिन उड़ीक करोगे, गरीब ब्राह्मण की बच्ची की पत लुटी जाएगी, फिर डोला वापस लियाउण दा की मतलब। हुण ते अज ही फैसला करना पएगा। उन्हें कहा, फैसला किवें करिए, एडे वड्डे ताकतवर बंदे नाल जूझण लई तैयारी चाहिदी है। विचों वो नौजवान उठिया, वो कौम दा सरमौर एक हस्ती होई है, सरदार जस्सा सिंह आलूवालिया। उन्हें उठ के कहा, जथेदार जी मेरी एक बेनती है, जिस कौम दा गुरु पूरा होवे उहनूं दुविधा विच नहीं पैना चाहिए। आओ उठो, गुरु ग्रंथ साहिब महाराज अगे अरदास करिए। 5 सिखां ने हथ पैर सुच्चे कीते। धन गुरु ग्रंथ साहिब महाराज जी दे सन्मुख हरमंदर साहिब होए। गल विच पल्ला पा के अरदास कीती, पातशाह तेरी शरण विच एक गरीब ब्राह्मण आया है, तेरा हुक्म है जो शरण आवे तिस कंठ लावे। ये बिरध स्वामी संदा, पर साडे कोल हथियार शस्त्र घोड़े सिंह घट ने। हुण दसो एडे वड्डे ताकतवर बंदे नाल की करिए, की हमला करना चाहिए जां इस गल नूं थोड़े दिन टाल देना चाहिए। गुरु ग्रंथ साहिब महाराज अगे अरदास कीती। अरदासियां ने गल विच पल्ला पा के कहा, पातशाह तू गुरु ग्रंथ सच्ची है दे, सिख संगत को बाक सच दे। जदों अरदास करके क्या हुक्मनामा बख्शो, वेखो खालसिओ गुरु ग्रंथ साहिब बोलते ने। गुरु ग्रंथ साहिब ते विश्वास रखो, जो चाहोगे इत्थों मिलता है, लिखती रूप विच गुरु ने दिता है। खालसिया ने अरदास की, तू गुरु ग्रंथ सच्ची है दे, सिख संगत को बाक सच दे। अरदास तो बाद जदों नानक नाम चढ़दी कला तेरे भाणे सरबत दा भला होया, तब बह के सिख ने फिर हुक्म लिया। इतिहास कहंदा है कि चुक पतरे तब ग्रंथ को देखा, वसंत की वार को आयो लेखा। गुरु ग्रंथ साहिब विचों बसंत दी वार चों हुक्मनामा आया। गुरु ग्रंथ साहिब बोले
कि बसंत की बार महल पंजवा, हर का नाम ते आए कै, हो हरिया भाई करमल खंते पाई है, ए रुत सुहाई वन तिन प्रभ संग मोलिया, लथी सब शाही। इसे हुक्मनामे विच गुरु ग्रंथ साहिब जी ने कहा, पंजे बद्धे महाबली कर सच्चा ढोआ, अपने चरण जो पाइन विच दाई खड़ोआ, रोग सोग सा मिट गए नित नवा नरोआ। हुक्मनामे दा भोग पिया, खालसिया ने उच्ची आवाज विच जकारा छड्डिया। गुरु ग्रंथ साहिब दा हुक्म हो गया, हुण हमला करांगे। उसे वक्त उस्मान खान ते हमला किया, ओनू शिखर दोपहर सुत्तियां नप लिया, ओदे कोलों गरीब ब्राह्मण दी बच्ची दा डोला छड़ाया, ओनू घोड़ियां पिछे पा के खिच के लियांदा। जदों ओ जंग जित्ती गई, किसे ने फिर जदों ओ गरीब ब्राह्मण दी बच्ची दा डोला लिया के वापस ओनू दिता, उदों किसे ने पुछया, जस्सा सिंह आलूवालिया, तैनू ये गल दा पता नहीं सी कि वह 12 किलियां दा मालक है? तैनू नहीं सी पता उहदे कोल 25,000 फौज है? तैनू नहीं सी पता वह 700 घोड़ सवार ते हाथियां दी फौज दा मालक है? सरदार जस्सा सिंह आलूवालिया ने कहा सी, खालसा जी मैनू नहीं पता वह 12 किलियां दा मालक है, मैनू नहीं पता उहदे कोल घोड़े ते हाथी ने, मैनू नहीं पता उहदे कोल 25,000 फौज है। मैनू ते इक्को गल याद सी, मैनू मेरे गुरु ग्रंथ साहिब ने हुक्म कर दिता है, हुण मैनू जितण तो कोई नहीं रोक सकता। खालसिओ इन्ना विश्वास चाहिए। अज साडे विश्वास विच कमी है। समा मेरा समाप्त हो गया, 1.5 मिनट रह गया। गुरु गोबिंद सिंह महाराज सच्चे पातशाह दे एक प्यारी कवि होए ने, उन्होंने एक गल बड़ी प्यारी लिखी है। तुसी एक गुरु ग्रंथ साहिब महाराज जी की शब्दां की व्याख्या जां किसी भी चीज़ की कोई इस तरह की डिक्शनरी वेखनी होवे तो कौम कोल एक बड़मुल्ला खजाना है, भाई कान सिंह नाभा का लिखा होया महान कोश। उहदे विच गुरु गोबिंद सिंह महाराज दे उस महान कवि दी उस सतरंग वो कविता लिखी है, उन्होंने दोहरे कवित सवैये के रूप में लिखे है। उन्हें कहा, कलगीधर पातशाह ने खालसे नूं विश्वास दिता है, दुनिया का कोई बंदा कवे मैनू मेरी नौकरी ते विश्वास है, मैं एडा वड्डा मिनिस्टर, कोई कवे मैनू कारोबार ते भरोसा है, कोई कवे मैनू मेरा परिवार ते भरोसा है, मेरा कुटुंब बहुत वड्डा है, कोई कवे मैनू पैसे ते भरोसा है, मेरे कोल पैसा बड़ा है, कोई कवे मैनू बंदियां ते भरोसा, मेरे मगर बंदे बड़े ने। पर गुरु गोबिंद सिंह दा खालसा कहंदा, दुनिया दे लोको जे मैनू भरोसा सिर्फ गुरु ग्रंथ साहिब ते भरोसा, जे तुसी गुरु दे सिख हो इन्ना भरोसा गुरु ग्रंथ साहिब महाराज ते करियो। वो विद्वान लिखदा है, काहू को भरोसो जमीन को जमाने बीच, काहू को भरोसो जोर चाकरी जहाज पे, काहू को भरोसो देव बाणी और पारसी पे, काहू को भरोसो संत गिरी की मजाज पे, काहू को भरोसो चार चाकरी चलाकी चोक। पर कोई खालसे तो पूछे, वो कहना मोको तो भरोसो गुरु ग्रंथ महाराज पे। आओ एक बार गज के कहो, अंदर विश्वास जगायो, अरदास करो, हे गुरु ग्रंथ साहिब महाराज, ए कलगीधर दशमेश पिता, अपने पंथ नूं आपस विच प्यार बख्शो, अपने पंथ विच विश्वास बख्शो। जिहड़ियां कौमां विच प्यार ते विश्वास है वो कौमां हमेशा तरक्की करदियां ने। आओ एक बार प्यार नाल कहो, मोको तो भरोसो एक ग्रंथ महाराज पे, मोको तो भरोसो गुरु ग्रंथ महाराज पे, मोको तो भरोसो गुरु, गज के कहो ना, गज के, मोको तो भरोसो गुरु, मोको तो भरोसो गुरु ग्रंथ महाराज पे, मोको तो भरोसो गुरु ग्रंथ महाराज पे, मोको तो भरोसो गुरु राज पे, मोको तो भरोसो गुरु ग्रंथ महाराज पे। साध संगत, ये ओ गुरु है जिन्हें ना तुहाडे नाल लिहाज करना ना साडे नाल लिहाज करना, इहदा किसे नाल लिहाज नहीं। जो गुरु ग्रंथ साहिब महाराज ने कहना वो सुनने वालियां ते भी लागू हुंदा है, वो सुनाण वालियां ते भी लागू हुंदा है। एक बाबे दा पिछे जे भोग पै गया, ओहदे 5-7 एक्शन बिजली महकमे दे चेले बन गए।
ਹੁਣ ਉਹਨੇ ਕੇਸਗੜ੍ਹ ਸਾਹਿਬ ਪਿਛਲੇ ਸਾਲ ਅੰਮ੍ਰਿਤ ਛਕਿਆ। ਉਹ ਕਹਿੰਦੇ ਅਸੀਂ ਗਏ, VIP ਟੋਕਨ ਮਿਲਿਆ, ਮੋਹਰੇ ਬਹਿ ਗਏ। ਕਹਿੰਦੇ ਫਿਰ ਬਾਬੇ ਨੇ ਸਰਚ ਲਾਈਟਾਂ ਜਗੀਆਂ, ਉਹਦੇ ਭਜਨ ਬੰਦ ਹੋ ਗਏ। ਜਦੋਂ ਸਰਚ ਲਾਈਟਾਂ ਜਗਾਈਆਂ, ਬਾਬਾ ਕ੍ਰੇਨ ਨਾਲ ਉੱਪਰੋਂ ਉਤਰਿਆ। ਕਹਿੰਦਾ ਐਂ ਲੱਗਾ ਜਿਵੇਂ ਅਸਮਾਨ ਤੋਂ ਦੇਵਤਾ ਆਇਆ ਕੋਈ। ਉਹਦਾ ਚਿਹਰਾ ਚਮਕੇ, ਸਾਰੀ ਸੰਗਤ ਖੜ ਗਈ। ਕਹਿੰਦਾ ਅਸੀਂ ਵੀ ਹੱਥ ਜੋੜ ਕੇ ਖੜ ਗਏ। ਉਹ ਬਿਜਲੀ ਮਹਿਕਮੇ ਦਾ ਐਕਸ਼ਨ। ਕਹਿੰਦਾ ਉਹਦਾ ਚਿਹਰਾ ਚਮਕੇ, ਚਿਹਰਾ ਤਾਂ ਹੁਣ ਸਰਚ ਲਾਈਟਾਂ ਲਾ ਦਿਓ, ਮੇਰੇ ਵਰਗੇ ਦਾ ਚਮਕਦਾ, ਜਿਹੜਾ ਬਦਾਮ ਰੋਗਨ ਲਾਉਂਦਾ ਉਹਦਾ ਕਿਉਂ ਨਹੀਂ ਚਮਕੇਗਾ? ਉਹਦਾ ਚਿਹਰਾ ਚਮਕੇ। ਕਹਿੰਦਾ ਫਿਰ ਬਾਬੇ ਨੇ ਮੈਕ ਲੈ ਕੇ ਕਿਹਾ 20-25 ਹਜ਼ਾਰ ਦੇ। अरे भाई, जो जो श्रद्धालु जन आए हैं सबको कोटि कोटि प्रणाम। क्यों हिंदी बोल रहा सी? अरे भाई, जो भी श्रद्धालु जन आए हैं, आप में से जो बीड़ी बत्ता सुरापान शराब लेते हैं, तमाकू लेते हैं, वो खड़े हो जाएं। तो एक्शन कहना असीं तां सारे पींदे सी। कहना असीं खड़े हो गए। फिर कहना मैं पिछे वेख्या, कल्ले ते नहीं किते। कहना 20-25 हज़ार चो सारे लोग खड़े, बैठे तां दिसणे ही ना। 2-4 हज़ार बैठा होने, 20-25 हज़ार दे